ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਗੁਜਰ ਕੌਰ ਜੀ। ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੀ ਲੋਕ ਲਹਿਰ ਸ਼ੁਰੂ ਕਰਦਿਆਂ ਇੱਕ ਮਹਾਨ ਇਨਕਲਾਬੀ ਕਦਮ ਇਹ ਚੁੱਕਿਆ ਕਿ ਇਸਤਰੀਆਂ ਨੂੰ ਸਮਾਜ, ਭਾਈਚਾਰੇ, ਧਾਰਮਿਕ ਸਰਗਰਮੀਆਂ ਅਤੇ ਜੀਵਨ ਦੇ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਸਥਾਨ ਦਿੱਤਾ। ਮਰਦ ਪ੍ਰਧਾਨ ਸਮਾਜ ਵਿੱਚ ਨਾਰੀ ਜਾਤੀ ਬਾਰੇ ਜੋ ਭਰਮ ਭੁਲੇਖੇ ਪਾਏ ਹੋਏ ਸਨ, ਉਹਨਾਂ ਨੂੰ ਦੂਰ ਕੀਤਾ। ਸੌੜੇ ਵਿਚਾਰਾਂ ਕਾਰਨ ਜੋ ਨਰ ਨਾਰੀਆਂ ਵਿਚਕਾਰ ਨਫ਼ਰਤ ਦੀਆਂ ਕੰਧਾਂ ਸਨ, ਉਹ ਢਾਹ ਕੇ ਨਰੋਏ ਜੀਵਨ ਦੀ ਉਸਾਰੂ ਢੰਗ ਨਾਲ ਉਸਾਰੀ ਲਈ ਨਾਰੀ ਨੂੰ ਬਰਾਬਰ ਦੇ ਅਧਿਕਾਰ ਦਿੱਤੇ। ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿੱਚ ਜਦ ਵੀ ਲੋਕ ਜੁੜਦੇ ਤਾਂ ਉਹ ਮਰਦਾਂ ਦੇ ਬਰਾਬਰ ਨਾਰੀਆਂ ਨੂੰ ਇਕੱਠ ਵਿੱਚ ਬਿਠਾਉਂਦੇ ਸਨ। ਇਸੇ ਲਈ ਸਿੱਖ ਜਗਤ ਦੇ 500 ਸਾਲ ਦੇ ਇਤਿਹਾਸ ਵਿੱਚ ਸਿੱਖ ਨਾਰੀਆਂ ਨੇ ਹਰ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਭਾਵੇਂ ਉਹ ਯੁੱਧ ਦਾ ਖੇਤਰ ਸੀ ਜਾਂ ਸਮਾਜਿਕ ਖੇਤਰ ਵਿੱਚ ਸੇਵਾ ਦਾ ਪੇੜ ਸੀ। ਜੇ ਕਿਸੇ ਮਾਨਵ ਕਲਿਆਣ ਦੀ ਸਮੱਸਿਆ ਲਈ ਕੁਰਬਾਨੀ ਦੇਣੀ ਪਈ ਤਾਂ ਸਿੱਖ ਨਾਰੀਆਂ ਨੇ ਆਪਾ ਵਾਰਨ, ਪਰਿਵਾਰ ਕੁਰਬਾਨ ਕਰਨ ਤੇ ਅਸਹਿ ਕਸ਼ਟ ਸਹਾਰਨ ਵਿੱਚ ਸਰਬ ਸਿਦਕ ਤੇ ਅਕਾਲ ਪੁਰਖ ਤੇ ਪੂਰਨ ਭਰੋਸੇ ਦੀ ਉੱਤਮ ਮਿਸਾਲ ਪੈਦਾ ਕੀਤੀ। ਗੁਰੂ ਮਹਿਲਾਂ ਤੇ ਹੋਰ ਇਤਿਹਾਸਕ ਸਿੱਖ ਨਾਰੀਆਂ ਵਿੱਚ ਮਾਤਾ ਗੁਜਰ ਕੌਰ ਜੀ ਦਾ ਵਿਸ਼ੇਸ਼ ਨਾਂ ਹੈ। ਮਾਤਾ ਗੁਜਰ ਕੌਰ ਜੀ ਨੇ ਆਪਣੇ ਜੀਵਨ ਕਾਲ ਵਿੱਚ ਖੁਸ਼ੀਆਂ ਭਰਪੂਰ ਮੌਕੇ ਵੀ ਵੇਖੇ ਤੇ ਅਤ ਦੁਖਦਾਈ ਘੜੀਆਂ ਵੀ ਜੀਵਨ ਤਜਰਬੇ ਵਿੱਚ ਵੇਖੀਆਂ। ਉਹ ਨਾ ਤਾਂ ਖੁਸ਼ੀਆਂ ਦੇ ਮੌਕੇ ਤੇ ਬਹੁਤ ਖੁਸ਼ ਹੋਏ ਤੇ ਨਾ ਹੀ ਸੰਕਟ ਦੀਆਂ ਘੜੀਆਂ ਵਿੱਚ ਉਹਨਾਂ ਹੌਕੇ ਹੀ ਲਏ। ਪ੍ਰਭੂ ਦੀ ਰਜ਼ਾ ਵਿੱਚ ਹਰ ਸਮੇਂ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ। ਨਾ ਚੰਗੇ ਸਮੇਂ ਹਉਮੈ ਆਉਣ ਦਿੱਤੀ ਤੇ ਨਾ ਹੀ ਦੁੱਖ ਸਮੇਂ ਢਹਿੰਦੀ ਕਲਾ ਵਿੱਚ ਮਨ ਨੂੰ ਉਦਾਸ ਹੋਣ ਦਿੱਤਾ। ਗੁਰੂ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਆਦਰਸ਼ਕ ਪਤਨੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਤਿਕਾਰਯੋਗ ਮਾਤਾ ਪਰਿਵਾਰ ਨੂੰ ਸਦਾ ਧਰਮ ਦੀ ਖਾਤਰ ਜੂਝਣ ਦੀ ਸਲਾਹ ਦਿੰਦਿਆਂ ਆਪ ਵੀ ਅਖੀਰ ਸ਼ਹੀਦ ਹੋ ਗਈ। ਮਾਤਾ ਗੁਜਰੀ ਦਾ ਜਨਮ ਜਲੰਧਰ ਨੇੜੇ ਕਰਤਾਰਪੁਰ ਦੁਆਬਾ ਵਿੱਚ ਸ੍ਰੀ ਲਾਲ ਚੰਦ ਜੀ ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਜੀ ਦੀ ਕੁੱਖੋਂ ਹੋਇਆ। ਜਨਮ ਸਾਲ ਕਿਹੜਾ ਸੀ, ਇਸ ਬਾਰੇ ਵੱਖ-ਵੱਖ ਇਤਿਹਾਸਕਾਰਾਂ, ਸਾਖੀਕਾਰਾਂ ਤੇ ਕਵੀਆਂ ਨੇ ਆਪਣੀ ਆਪਣੀ ਜਾਣਕਾਰੀ ਅਨੁਸਾਰ ਜਨਮ ਸਾਲ ਦਾ ਜ਼ਿਕਰ ਕੀਤਾ ਹੈ। ਕੋਈ ਉਹਨਾਂ ਦਾ ਜਨਮ 1629 ਈਸਵੀ ਲਿਖਦਾ ਹੈ ਤੇ ਕੋਈ ਉਹਨਾਂ ਦੇ ਜਨਮ ਸਾਲ ਨੂੰ 1627 ਬਿਆਨ ਕਰਦਾ ਹੈ। ਜਨਮ ਸਾਲ ਬਾਰੇ ਕੋਈ ਦਲੀਲਾਂ ਸਹਿਤ ਜਾਂ ਇਤਿਹਾਸਕ ਹਵਾਲਿਆਂ ਨਾਲ ਕੁਝ ਨਹੀਂ ਲਿਖਿਆ ਮਿਲਦਾ। ਉਹਨਾਂ ਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਵਿਆਹ ਤੋਂ ਹੀ ਸਭ ਅਨੁਮਾਨ ਲਾਏ ਗਏ ਹਨ। ਗੁਰੂ ਤੇਗ ਬਹਾਦਰ ਜੀ ਨਾਲ ਮਾਤਾ ਗੁਜਰ ਕੌਰ ਜੀ ਦਾ ਵਿਆਹ 1634 ਵਿੱਚ ਹੋਇਆ ਠੀਕ ਸਿੱਧ ਹੁੰਦਾ ਹੈ, ਕਿਉਂਕਿ ਵਿਆਹ ਤੋਂ ਅਗਲੇ ਸਾਲ ਹੀ ਕਰਤਾਰਪੁਰ ਦਾ ਜੰਗ ਹੋਇਆ ਤੇ ਇਸ ਪਿੱਛੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਛੱਡ ਕੇ ਕੀਰਤਪੁਰ ਆ ਗਏ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1621 ਦਾ ਸਭ ਇਤਿਹਾਸਕਾਰ ਮੰਨਦੇ ਹਨ। ਵਿਆਹ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਮਰ 13 ਸਾਲ ਦੀ ਬਣਦੀ ਹੈ। ਇਸ ਹਿਸਾਬ ਨਾਲ ਮਾਤਾ ਗੁਜਰ ਕੌਰ ਜੀ ਦੀ ਵੀ ਵਿਆਹ ਸਮੇਂ ਉਮਰ 9-10 ਸਾਲ ਦੀ ਹੀ ਅਨੁਮਾਨੀ ਜਾ ਸਕਦੀ ਹੈ। ਜੋ ਲੇਖਕ ਮਾਤਾ ਗੁਜਰ ਕੌਰ ਜੀ ਦਾ ਜਨਮ 1629 ਜਾਂ 1627 ਲਿਖਦੇ ਹਨ, ਉਸ ਹਿਸਾਬ ਨਾਲ ਤਾਂ ਵਿਆਹ ਸਮੇਂ ਉਹਨਾਂ ਦੀ ਉਮਰ 5 ਜਾਂ 7 ਸਾਲ ਦੀ ਹੀ ਬਣਦੀ ਹੈ। ਵਰਤਮਾਨ ਲੇਖਕਾਂ ਵਿੱਚ ਸਰਦਾਰ ਰੂਪ ਸਿੰਘ ਦਾ ਵੀ ਇਹੀ ਅਨੁਮਾਨ ਹੈ ਕਿ ਮਾਤਾ ਗੁਜਰ ਕੌਰ ਜੀ ਦਾ ਜਨਮ 1624 ਦੇ ਲਗਭਗ ਹੀ ਬਣਦਾ ਹੈ। ਇਹਨਾਂ ਦੇ ਪਰਿਵਾਰ ਬਾਰੇ ਇਹੀ ਜਾਣਕਾਰੀ ਮਿਲਦੀ ਹੈ ਕਿ ਦੁਆਬੇ ਦਾ ਇਹ ਪਰਿਵਾਰ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਸਿੱਖ ਜੀਵਨ ਜਾਂਚ ਦੇ ਧਾਰਨੀ ਹੋਣ ਕਾਰਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਆਦਰਸ਼ਾਂ ਨੂੰ ਸਤਿਕਾਰਦੇ ਹੋਏ ਗੁਰੂ ਘਰ ਨਾਲ ਜੁੜੇ ਹੋਏ ਸਨ। ਇਸ ਲਈ ਸਿੱਖੀ ਦੀ ਲੋਕ ਲਹਿਰ ਨਾਲ ਇਹਨਾਂ ਦਾ ਡੂੰਘਾ ਸੰਬੰਧ ਸੀ। ਗੁਜਰ ਕੌਰ ਜੀ ਦੇ 2 ਭਰਾ ਸਨ। ਇੱਕ ਦਾ ਨਾਂ ਕਿਰਪਾਲ ਚੰਦ ਸੀ, ਜੋ ਇਸ ਵਿਆਹ ਪਿੱਛੋਂ ਸਾਰੀ ਉਮਰ ਗੁਰੂ ਪਰਿਵਾਰ ਨਾਲ ਹੀ ਰਿਹਾ।
ਜਿਸ ਘਰ ਵਿੱਚ ਗੁਜਰ ਕੌਰ ਜੀ ਦਾ ਜਨਮ ਹੋਇਆ, ਉਹ ਸਥਾਨ ਇਤਿਹਾਸ ਵਿੱਚ ਸੰਭਾਲਿਆ ਰਿਹਾ। ਹੁਣ ਕੁਝ ਸਾਲ ਪਹਿਲਾਂ ਇਸ ਪਰਿਵਾਰ ਦੀ ਯਾਦਗਾਰ ਵਜੋਂ ਸ਼ਾਨਦਾਰ ਗੁਰਦੁਆਰਾ ਸਾਹਿਬ ਉਸਾਰਿਆ ਗਿਆ। ਜਿਸ ਸਥਾਨ ਤੇ ਮਾਤਾ ਗੁਜਰ ਕੌਰ ਜੀ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਵਿਆਹ ਹੋਇਆ, ਉੱਥੇ ਵੀ ਹੁਣ ਨਵੀਂ ਸਮੱਗਰੀ ਨਾਲ ਗੁਰਦੁਆਰਾ ਸਾਹਿਬ ਤਿਆਰ ਹੋ ਗਿਆ ਹੈ। ਅਸੀਂ ਆਪ 20ਵੀਂ ਸਦੀ ਦੇ ਦੂਜੇ ਅੱਧ ਤੱਕ ਪੁਰਾਣੀਆਂ ਛੋਟੀਆਂ ਇੱਟਾਂ ਦਾ ਬਣਿਆ ਕਮਰਾ ਵੇਖਿਆ ਸੀ, ਜਿਸ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਤੇ ਬਾਹਰ ਨਿਸ਼ਾਨ ਸਾਹਿਬ ਝੁਲ ਰਿਹਾ ਸੀ। ਗੁਜਰੀ ਜੀ ਦੇ ਬਚਪਨ ਦੀਆਂ ਘਟਨਾਵਾਂ ਬਾਰੇ ਕਿਸੇ ਪੁਰਾਣੇ ਲੇਖਕ ਨੇ ਜਾਂ ਸਾਖੀਕਾਰ ਨੇ ਕੁਝ ਨਹੀਂ ਲਿਖਿਆ। ਅਸਲ ਵਿੱਚ ਇਤਿਹਾਸਕਾਰਾਂ ਦੀ ਨਜ਼ਰ ਵਿੱਚ ਗੁਰੂ ਮਹਿਲਾਂ ਦਾ ਜੀਵਨ ਵਿਆਹ ਤੋਂ ਪਿੱਛੋਂ ਹੀ ਸ਼ੁਰੂ ਹੁੰਦਾ ਹੈ। ਵਿਆਹ ਤੋਂ ਪਹਿਲਾਂ ਦੇ ਸਮਾਚਾਰ ਲੇਖਕਾਂ ਲਈ ਮਹੱਤਵਪੂਰਨ ਨਹੀਂ ਹੁੰਦੇ। ਇਸ ਲਈ ਹੁਣ ਅਸੀਂ ਇਹੀ ਅਨੁਮਾਨ ਲਾ ਸਕਦੇ ਹਾਂ ਕਿ ਸਿੱਖੀ ਦੇ ਰੰਗ ਵਿੱਚ ਰੰਗੇ ਪਰਿਵਾਰ ਵਿੱਚ ਪੈਦਾ ਹੋਣ ਕਾਰਨ ਗੁਜਰੀ ਜੀ ਉੱਤੇ ਬਚਪਨ ਵਿੱਚ ਹੀ ਸਿੱਖੀ ਦਾ ਰੰਗ ਚੜ੍ਹਿਆ ਹੋਵੇਗਾ। ਮਾਤਾ ਬਿਸ਼ਨ ਕੌਰ ਤੋਂ ਗੁਰਬਾਣੀ ਦੇ ਪਾਠ ਸੁਣਨ ਤੇ ਗੁਰੂ ਘਰ ਦੀਆਂ ਸਾਖੀਆਂ ਸੁਣ ਕੇ ਗੁਰੂ ਘਰ ਨਾਲ ਸ਼ਰਧਾ ਤੇ ਸਤਿਕਾਰ ਵਧਿਆ ਹੋਵੇਗਾ। ਜਦੋਂ 6ਵੀਂ ਨਾਨਕ ਜੋਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਦੁਆਬਾ ਵਿੱਚ ਪਰਿਵਾਰ ਸਮੇਤ ਆ ਗਏ ਤਾਂ ਸਵੇਰੇ ਸ਼ਾਮ ਗੁਰਦੁਆਰਾ ਥੰਮ ਸਾਹਿਬ ਵਿੱਚ ਦੀਵਾਨ ਸੱਜਣ ਲੱਗ ਪਏ। ਸੰਗਤਾਂ ਦੂਰੋਂ ਹੁਮਾ ਕੇ ਗੁਰੂ ਦਰਬਾਰ ਵਿੱਚ ਹਾਜ਼ਰੀ ਭਰਨ ਆਉਣ ਲੱਗ ਪਈਆਂ। ਸ੍ਰੀ ਲਾਲ ਚੰਦ ਜੀ ਵੀ ਆਪਣੇ ਪਰਿਵਾਰ ਸਮੇਤ ਗੁਰੂ ਦਰਸ਼ਨਾਂ ਲਈ ਆਉਂਦੇ ਰਹੇ। ਇੱਥੇ ਉਹਨਾਂ ਗੁਰੂ ਜੀ ਦੇ ਸਾਹਿਬਜ਼ਾਦੇ ਤੇਗ ਬਹਾਦਰ ਜੀ ਨੂੰ ਵੀ ਗੁਰੂ ਘਰ ਵਿੱਚ ਹਾਜ਼ਰੀ ਭਰਦਿਆਂ ਤੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਦਿਆਂ ਵੇਖਿਆ। ਉਹਨਾਂ ਮਾਤਾ ਨਾਨਕੀ ਜੀ ਨਾਲ ਤੇਗ ਬਹਾਦਰ ਜੀ ਦਾ ਵਿਆਹ ਆਪਣੀ ਸਪੁੱਤਰੀ ਗੁਜਰੀ ਜੀ ਨਾਲ ਕਰਨ ਦੀ ਗੱਲ ਕੀਤੀ, ਜੋ ਪ੍ਰਵਾਨ ਹੋ ਗਈ। ਬੜੇ ਚਾਵਾਂ ਮਲਾਰਾਂ ਨਾਲ ਗੁਜਰੀ ਜੀ ਦਾ ਡੋਲਾ ਇਤਿਹਾਸਕ ਨਗਰ ਕਰਤਾਰਪੁਰ ਨਗਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਿਵਾਸ ਸਥਾਨ ਤੇ ਆਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਦੇ ਵਿਆਹ ਦੀਆਂ ਖੁਸ਼ੀਆਂ ਸਾਰੇ ਗੁਰੂ ਪਰਿਵਾਰ ਤੇ ਸਿੱਖ ਸੰਗਤਾਂ ਨੇ ਮਿਲ ਕੇ ਮਨਾਈਆਂ। ਮਾਤਾ ਨਾਨਕੀ ਜੀ ਨੇ ਬਹੁਤ ਦਾਨ ਪੁੰਨ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਗਰੀਬਾਂ ਤੇ ਲੋੜਵੰਦਾਂ ਨੂੰ ਮਾਇਆ, ਮਠਿਆਈਆਂ ਤੇ ਬਸਤਰ ਆਦਿ ਖੁੱਲ੍ਹੇ ਦਿਲ ਨਾਲ ਵੰਡੇ। ਗੁਰੂ ਸਾਹਿਬ ਦੇ ਅੰਗ ਰੱਖਿਅਕਾਂ ਤੇ ਸ਼ਸਤਰਧਾਰੀ ਜੱਥੇ ਨੂੰ ਵਿਸ਼ੇਸ਼ ਤੌਰ ਤੇ ਮੋਹਰਾਂ ਤੇ ਹੋਰ ਇਨਾਮ ਇਸ ਮੌਕੇ ਤੇ ਦਿੱਤੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਸਾਹਿਬਜ਼ਾਦਿਆਂ ਵਿੱਚੋਂ 3 ਦੇ ਵਿਆਹ ਹੋਏ। ਬਾਬਾ ਗੁਰਦਿੱਤਾ ਜੀ ਤੇ ਸੂਰਜਮਲ ਦੇ ਪਰਿਵਾਰ ਵੀ ਗੁਰੂ ਸਾਹਿਬ ਦੇ ਨਾਲ ਹੀ ਨਿਵਾਸ ਸਥਾਨ ਤੇ ਸਨ। ਗੁਰੂ ਸਾਹਿਬ ਦੇ 3 ਮਹਿਲ ਇਕੱਠੇ ਰਹਿੰਦੇ ਸਨ। ਸਾਰਿਆਂ ਤੇ ਗੁਰਮਤਿ ਦੀ ਰਹਿਣੀ ਬਹਿਣੀ ਦਾ ਜੋ ਅਸਰ ਸੀ, ਉਹ ਪਹਿਲੇ ਦਿਨ ਤੋਂ ਹੀ ਗੁਜਰੀ ਜੀ ਨੇ ਕਬੂਲਣਾ ਸ਼ੁਰੂ ਕਰ ਦਿੱਤਾ। ਨਿਮਰਤਾ, ਜ਼ੁਬਾਨ ਦੀ ਮਿਠਾਸ ਤੇ ਧਾਰਮਿਕ ਰੰਗ ਪੇਕਿਓਂ ਲੈ ਕੇ ਆਈ ਸੀ। ਗੁਰੂ ਪਰਿਵਾਰ ਵਿੱਚ ਆ ਕੇ ਸਬਰ, ਸਿਦਕ ਤੇ ਸੇਵਾ ਦੇ ਹੋਰ ਗੁਣਾਂ ਨਾਲ ਭਰਪੂਰ ਹੋਣ ਲੱਗੀ। ਕਈ ਲੇਖਕਾਂ ਨੇ ਬਿਨਾਂ ਸੋਚੇ ਸਮਝੇ ਹੀ ਲਿਖ ਦਿੱਤਾ ਹੈ ਕਿ ਮਾਤਾ ਨਾਨਕੀ ਤੇ ਗੁਰੂ ਪਰਿਵਾਰ ਗੁਜਰੀ ਜੀ ਦੀ ਡੋਲੀ ਲੈ ਕੇ ਕਰਤਾਰਪੁਰ ਦੁਆਬਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲ ਵਿੱਚ ਆਏ। ਇਹ ਸੂਚਨਾ ਗਲਤ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤਾਂ ਸੰਨ 1630 ਵਿੱਚ ਪਹਿਲੇ ਜੰਗ ਤੋਂ ਪਿੱਛੋਂ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਪਰਿਵਾਰ ਸਮੇਤ ਕਰਤਾਰਪੁਰ ਸਾਹਿਬ ਵਿੱਚ ਆ ਗਏ ਸਨ। ਇਸ ਤੋਂ ਬਾਅਦ ਉਹ ਪਰਿਵਾਰ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹੀ ਨਹੀਂ। ਮਾਤਾ ਗੁਜਰੀ ਜੀ ਦਾ ਵਿਆਹ 1634 ਵਿੱਚ ਕਰਤਾਰਪੁਰ ਸਾਹਿਬ ਹੀ ਹੋਇਆ। ਇੱਥੇ ਹੀ ਨਿਵਾਸ ਅਸਥਾਨ ਤੇ ਕਰਤਾਰਪੁਰ ਸਾਹਿਬ ਦੇ ਕਿਲੇ ਵਿੱਚ ਹੀ ਉਦੋਂ ਪਰਿਵਾਰ ਦਾ ਨਿਵਾਸ ਸੀ। ਅਜੇ ਮਾਤਾ ਗੁਜਰੀ ਜੀ ਦੇ ਵਿਆਹ ਨੂੰ ਪੂਰਾ 1 ਸਾਲ ਵੀ ਨਹੀਂ ਸੀ ਹੋਇਆ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਜੀਵਨ ਕਾਲ ਦਾ ਚੌਥਾ ਜੰਗ ਲੜਨਾ ਪਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਪਸ਼ਟ ਨੀਤੀ ਸੀ ਕਿ ਆਪ ਜੰਗ ਦੀ ਪਹਿਲ ਕਰਨੀ ਨਹੀਂ, ਪਰ ਜੇ ਕੋਈ ਹਮਲਾ ਕਰਕੇ ਆਏ ਤਾਂ ਉਸ ਨੂੰ ਜੰਗ ਦੇ ਮੈਦਾਨ ਵਿੱਚੋਂ ਬਚ ਕੇ ਜਾਣ ਨਹੀਂ ਦੇਣਾ। ਇਹ ਦ੍ਰਿਸ਼ ਵੀ ਮਾਤਾ ਗੁਜਰੀ ਜੀ ਲਈ ਅਨੋਖਾ ਜੀਵਨ ਤਜਰਬਾ ਸੀ, ਕਿਉਂਕਿ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੈਨਿਕ ਜਥੇ ਦੀ ਅਗਵਾਈ ਉਹਨਾਂ ਦੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਕਰ ਰਹੇ ਸਨ। ਸਧਾਰਨ ਤੌਰ ਤੇ ਨੌਜਵਾਨ ਪਤਨੀ ਲੜਾਈ ਦੇ ਮੈਦਾਨ ਵਿੱਚ ਜਾਂਦੇ ਪਤੀ ਨੂੰ ਵੇਖ ਕੇ ਘਬਰਾਉਂਦੀ ਏ। ਉਹਦੇ ਸੁਰੱਖਿਅਤ ਵਾਪਸ ਮੁੜਨ ਲਈ ਮਨ ਵਿੱਚ ਤੌਖਲਾ ਹੁੰਦਾ ਹੈ, ਪਰ ਗੁਰੂ ਸਾਹਿਬ ਦਾ ਥਾਪੜਾ ਲੈ ਕੇ ਗਏ ਪਤੀ ਬਾਰੇ ਨਿਸ਼ਚਾ ਸੀ ਕਿ ਗੁਰੂ ਭਲੀ ਕਰੇਗਾ। ਜਦੋਂ ਯੁੱਧ ਜਿੱਤ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਆਏ ਤਾਂ ਉਹ ਦ੍ਰਿਸ਼ ਦੇਖ ਕੇ ਮਾਤਾ ਨਾਨਕੀ ਜੀ ਤੇ ਉਹਨਾਂ ਦੀ ਨੂੰਹ ਗੁਜਰੀ ਜੀ ਗਦਗਦ ਹੋ ਉੱਠੇ। ਗੁਜਰੀ ਜੀ ਆਪਣੇ ਪਤੀ ਦੇ ਪ੍ਰਭੂ ਭਗਤੀ ਵਿੱਚ ਲੀਨ ਰਹਿਣ ਤੇ ਗੁਰਦੇਵ ਪਿਤਾ ਦੇ ਆਗਿਆਕਾਰ ਹੋਣ ਦੇ ਦ੍ਰਿਸ਼ 1 ਸਾਲ ਤੱਕ ਕਈ ਵਾਰ ਵੇਖ ਚੁੱਕੇ ਸਨ, ਪਰ ਹੁਣ ਉਹਨਾਂ ਨੂੰ ਪਤੀ ਦੀ ਬੀਰਤਾ ਤੇ ਯੁੱਧ ਵਿੱਚ ਤਲਵਾਰ ਚਲਾਉਣ ਦੀ ਘਟਨਾ ਤੋਂ ਨਿਸ਼ਚਾ ਹੋਰ ਪੱਕਾ ਹੋ ਗਿਆ ਕਿ ਉਹਨਾਂ ਦਾ ਪਤੀ ਜੀਵਨ ਸੰਘਰਸ਼ ਦੇ ਹਰ ਪੜਾਅ ਤੇ ਸਫਲਤਾ ਪ੍ਰਾਪਤ ਕਰ ਸਕਦੇ ਹਨ ਅਤੇ ਜੀਵਨ ਮਾਰਗ ਵਿੱਚ ਮਹਾਨ ਪ੍ਰਾਪਤੀਆਂ ਦੇ ਸਮਰੱਥ ਹਨ। ਇਸ ਜਜ਼ਬੇ ਨਾਲ ਉਹਨਾਂ ਦੇ ਮਨ ਵਿੱਚ ਪਤੀ ਪਿਆਰ ਹੋਰ ਵੀ ਵੱਧ ਗਿਆ। ਇਸ ਜੰਗ ਤੋਂ ਤੁਰੰਤ ਪਿੱਛੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਰਿਵਾਰ ਸਮੇਤ ਕੀਰਤਪੁਰ ਜਾਣ ਦਾ ਵਿਚਾਰ ਬਣਾਇਆ। ਕੀਰਤਪੁਰ ਸਾਹਿਬ ਵਿੱਚ ਨਗਰ ਦੀ ਤਿਆਰੀ ਲਈ ਪਹਿਲਾਂ ਹੀ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਕੀਰਤਪੁਰ ਸਾਹਿਬ ਭੇਜਿਆ ਹੋਇਆ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਿੱਖੀ ਦੀ ਸੰਭਾਲ ਤੇ ਪ੍ਰਚਾਰ ਲਈ ਜਿਸ ਤਰ੍ਹਾਂ ਦਾ ਸ਼ਾਂਤਮਈ ਵਾਤਾਵਰਣ ਚਾਹੁੰਦੇ ਸਨ, ਉਹ ਕੀਰਤਪੁਰ ਸਾਹਿਬ ਰਹਿੰਦਿਆਂ ਹੀ ਪੂਰਾ ਹੋ ਸਕਦਾ ਸੀ। ਮਾਤਾ ਗੁਜਰੀ ਜੀ ਵੀ ਗੁਰੂ ਪਰਿਵਾਰ ਨਾਲ 1635 ਈਸਵੀ ਨੂੰ ਕੀਰਤਪੁਰ ਆ ਗਏ। ਕਰਤਾਰਪੁਰ ਤੋਂ ਕੀਰਤਪੁਰ ਜਾਂਦਿਆਂ ਰਸਤੇ ਵਿੱਚ ਜਿਸ ਤਰ੍ਹਾਂ ਦਾ ਗੁਰੂ ਘਰ ਦੇ ਸ਼ਰਧਾਲੂਆਂ ਨੇ ਗੁਰੂ ਪਰਿਵਾਰ ਦਾ ਸਤਿਕਾਰ ਸਹਿਤ ਸਵਾਗਤ ਕੀਤਾ ਤੇ ਲੋਕ ਉਮੜ ਕੇ ਦਰਸ਼ਨਾਂ ਲਈ ਆਉਂਦੇ ਰਹੇ, ਉਹ ਦ੍ਰਿਸ਼ ਵੀ ਮਾਤਾ ਗੁਜਰੀ ਜੀ ਨੇ ਅੱਖੀਂ ਡਿਠਾ। ਗੁਰੂ ਪਰਿਵਾਰ ਦੀਆਂ ਨਾਰੀਆਂ, ਖਾਸ ਕਰਕੇ ਮਾਤਾ ਨਾਨਕੀ, ਜਿਸ ਨਿਮਰਤਾ, ਸੇਵਾ ਭਾਵ ਤੇ ਸਿੱਖਿਆਦਾਇਕ ਗੱਲਾਂ ਆਉਣ ਵਾਲੀਆਂ ਔਰਤਾਂ ਨਾਲ ਕਰਦੀ, ਉਸ ਨਾਲ ਗੁਜਰੀ ਜੀ ਦੇ ਮਨ ਵਿੱਚ ਸੱਸ ਤੇ ਹੋਰ ਵਡੇਰੀਆਂ ਨਾਰੀਆਂ ਪ੍ਰਤੀ ਮਾਣ ਸਤਿਕਾਰ ਵੱਧਦਾ ਰਿਹਾ। ਲੋਕਾਂ ਨਾਲ ਉਹਨਾਂ ਦੇ ਬਚਨ ਬਿਲਾਸ ਤੋਂ ਆਪਣੇ ਲਈ ਅਗਵਾਈ ਪ੍ਰਾਪਤ ਕਰਦੀ। ਕੀਰਤਪੁਰ ਸਾਹਿਬ ਵਿੱਚ 9 ਸਾਲ ਦਾ ਨਿਰੰਤਰ ਸਮਾਂ ਬਿਤਾਇਆ। ਇਹ ਮਾਤਾ ਗੁਜਰੀ ਲਈ ਅਤ ਮਹੱਤਵਪੂਰਨ ਸਮਾਂ ਸੀ। ਸੁੰਦਰਤਾ ਤੇ ਜਵਾਨੀ ਆਪਣੇ ਪੂਰੇ ਜੋਬਨ ਤੇ ਸੀ। ਉਮਰ ਦੇ ਇਸ ਦੌਰ ਵਿੱਚ ਆਮ ਔਰਤਾਂ ਬੇਹੱਦ ਜਜ਼ਬਾਤੀ ਤੇ ਖਾਹਿਸ਼ਾਂ ਭਰੇ ਸੁਪਨਿਆਂ ਵਿੱਚੋਂ ਗੁਜ਼ਰਦੀਆਂ ਹਨ, ਪਰ ਮਾਤਾ ਗੁਜਰੀ ਵਿੱਚ ਪ੍ਰਭੂ ਨੇ ਅਜਿਹੀ ਸਹਿਣਸ਼ੀਲਤਾ ਤੇ ਜੀਵਨ ਦੇ ਹੋਰ ਗੁਣ ਭਰ ਦਿੱਤੇ ਸਨ ਕਿ ਉਹ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਮੁਕਤ ਹੋ ਚੁੱਕੀ ਸੀ। ਬਸ ਮਨ ਵਿੱਚ ਇੱਕੋ ਤਰੰਗ ਸੀ ਕਿ ਪਤੀ ਪਰਮੇਸ਼ਰ ਦੀ ਹਰ ਆਗਿਆ ਤੇ ਆਦੇਸ਼ ਦੀ ਪਾਲਣਾ ਕਰਨੀ ਹੈ ਤੇ ਸੱਸ ਸਹੁਰੇ ਦੀ ਦਿਲੋਂ ਮਨੋਂ ਸੇਵਾ ਕਰਕੇ ਵੱਡਿਆਂ ਦੀਆਂ ਅਸੀਸਾਂ ਲੈਣੀਆਂ ਹਨ। ਜਵਾਨ ਮੁਟਿਆਰ ਵਾਂਗ ਦੂਜੀਆਂ ਨਾਰੀਆਂ ਦੇ ਜੀਵਨ ਢੰਗ ਤੇ ਟੀਕਾ ਟਿੱਪਣੀ ਕਰਨੀ ਜਾਂ ਚੁਗਲੀ ਨਿੰਦਿਆ ਕਰਨ ਲਈ ਨਾ ਉਸ ਪਾਸ ਵੇਲ ਸੀ ਤੇ ਨਾ ਹੀ ਉਸ ਦੀ ਰੁਚੀ ਸੀ। ਗੁਰੂ ਮਹਿਲਾਂ ਵਾਂਗ ਉਹ ਵਧੇਰੇ ਸਮਾਂ ਨਾਮ ਸਿਮਰਨ, ਗੁਰੂ ਦਰਬਾਰ ਦੀ ਸਵੇਰੇ ਸ਼ਾਮ ਹਾਜ਼ਰੀ ਭਰਨ ਤੇ ਗੁਰੂ ਸਾਹਿਬਾਨ ਦੇ ਮੁਖੋਂ ਨਿਕਲੇ ਉਪਦੇਸ਼ਾਂ ਨੂੰ ਆਪਣੇ ਅਮਲੀ ਜੀਵਨ ਵਿੱਚ ਢਾਲਣ ਦਾ ਯਤਨ ਕਰਦੀ ਰਹਿੰਦੀ। ਜਦੋਂ ਵੇਲ ਮਿਲਦਾ ਤਾਂ ਆਪਣੀ ਸੱਸ ਮਾਂ ਦੀ ਆਗਿਆ ਪਾਲਣ ਵਿੱਚ ਸਮਾਂ ਗੁਜ਼ਾਰਦੀ। ਇਸ ਠਰਮੇ ਭਰੇ ਤੇ ਹਸਮੁਖ ਸੁਭਾਅ ਕਾਰਨ ਸਾਰਾ ਗੁਰੂ ਪਰਿਵਾਰ ਮਾਤਾ ਗੁਜਰੀ ਜੀ ਉੱਤੇ ਬਹੁਤ ਖੁਸ਼ ਸੀ। ਸੰਨ 1644 ਮਾਤਾ ਗੁਜਰੀ ਜੀ ਦੇ ਜੀਵਨ ਵਿੱਚ ਵੱਡੀ ਤਬਦੀਲੀ ਦਾ ਸਮਾਂ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਦਿਨ ਭਰੇ ਦੀਵਾਨ ਵਿੱਚ ਐਲਾਨ ਕੀਤਾ ਕਿ ਅਸੀਂ ਆਪਣਾ ਉੱਤਰਾਧਿਕਾਰੀ ਥਾਪਣ ਦਾ ਫੈਸਲਾ ਕਰ ਲਿਆ ਹੈ। ਇਸ ਜ਼ਿੰਮੇਵਾਰੀ ਲਈ ਧੁਰੋਂ ਵਰੋਸਾਏ ਸ੍ਰੀ ਹਰਿਰਾਏ ਸਾਹਿਬ ਜੀ ਨੂੰ ਆਪਣੇ ਸਿੰਘਾਸਨ ਤੇ ਬਿਠਾ ਕੇ 5 ਪੈਸੇ ਅਤੇ ਨਾਰੀਅਲ ਉਹਨਾਂ ਦੀ ਭੇਟ ਕੀਤਾ। ਬਾਬਾ ਬੁੱਢਾ ਜੀ ਦੇ ਸੁਪੁੱਤਰ ਨੂੰ ਗੁਰਗੱਦੀ ਦਾ ਤਿਲਕ ਲਾਉਣ ਲਈ ਕਿਹਾ। ਇਸ ਤਰ੍ਹਾਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ 7ਵੀਂ ਨਾਨਕ ਜੋਤ ਬਣਾ ਕੇ ਪਰਿਵਾਰ ਤੇ ਸਿੱਖ ਸੰਗਤ ਨੂੰ ਨਮਸਕਾਰ ਕਰਨ ਦਾ ਆਦੇਸ਼ ਦਿੱਤਾ। ਭਾਵੇਂ ਸ੍ਰੀ ਹਰਿਰਾਏ ਸਾਹਿਬ ਜੀ ਮਾਤਾ ਨਾਨਕੀ ਦੇ ਰਿਸ਼ਤੇ ਵਿੱਚ ਪੋਤਰੇ ਸਨ, ਪਰ ਉਹਨਾਂ ਵੀ ਗੁਰਗੱਦੀ ਤੇ ਬਿਰਾਜੇ ਪੋਤਰੇ ਨੂੰ
ਨਮਸਕਾਰ ਕੀਤਾ। ਮਾਤਾ ਗੁਜਰੀ ਜੀ ਨੇ ਵੀ ਆਪਣੇ ਪਤੀ ਦੇ ਭਤੀਜੇ ਨੂੰ ਮੱਥਾ ਟੇਕਿਆ। ਭਾਵੇਂ ਗੁਰੂ ਪਰਿਵਾਰ ਵਿੱਚੋਂ ਬਹੁਤਾ ਵਿਰੋਧ ਸ੍ਰੀ ਹਰਿਰਾਏ ਸਾਹਿਬ ਜੀ ਦੇ ਵੱਡੇ ਭਰਾ ਧੀਰਮਲ ਨੇ ਕੀਤਾ, ਜਾਂ ਥੋੜਾ ਜਿਹਾ ਰੋਸ ਸੂਰਜਮਲ ਨੇ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਵੱਡਾ ਪੁੱਤਰ ਹੋਣ ਕਰਕੇ ਗੁਰਗੱਦੀ ਤੇ ਉਸ ਦਾ ਹੱਕ ਬਣਦਾ ਹੈ। ਪ੍ਰਭੂ ਦੀ ਹਰ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਤੇ ਉਹਨਾਂ ਦੀ ਧਰਮ ਸੁਪਤਨੀ ਮਾਤਾ ਗੁਜਰੀ ਜੀ ਨੇ ਪੂਰਨ ਸ਼ਾਂਤਮਈ ਰਹਿੰਦਿਆਂ ਗੁਰਦੇਵ ਪਿਤਾ ਦੇ ਫੈਸਲੇ ਤੇ ਖੁਸ਼ੀ ਹੀ ਦਰਸਾਈ। ਕੋਈ ਗਿਲਾ ਨਹੀਂ ਕੀਤਾ, ਕਿਸੇ ਪਦਵੀ ਦੀ ਇੱਛਾ ਨਹੀਂ ਦਰਸਾਈ ਤੇ ਨਾ ਹੀ ਕਿਸੇ ਹੋਰ ਦੁਨਿਆਵੀ ਵਸਤ ਦੀ ਪਕੜ ਮਨ ਵਿੱਚ ਲਿਆਂਦੀ। ਮਾਤਾ ਨਾਨਕੀ ਜੀ ਨੇ ਇਸ ਮੌਕੇ ਤੇ ਆਪਣੇ ਗੁਰਦੇਵ ਪਤੀ ਤੋਂ ਸਿਰਫ ਇੰਨਾ ਹੀ ਪੁੱਛਿਆ ਕਿ ਹੁਣ ਸਾਡੇ ਲਈ ਕੀ ਆਦੇਸ਼ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਗਿਆ ਕੀਤੀ ਕਿ ਤੁਸੀਂ ਆਪਣੇ ਸਪੁੱਤਰ ਸ੍ਰੀ ਤੇਗ ਬਹਾਦਰ ਤੇ ਉਹਨਾਂ ਦੀ ਧਰਮ ਪਤਨੀ ਗੁਜਰੀ ਜੀ ਨੂੰ ਲੈ ਕੇ ਕੁਝ ਦਿਨਾਂ ਪਿੱਛੋਂ ਬਕਾਲੇ ਚਲੇ ਜਾਣਾ। ਸ੍ਰੀ ਤੇਗ ਬਹਾਦਰ ਜੀ ਨੇ ਆਉਂਦੇ ਸਮੇਂ ਵਿੱਚ ਮਾਨਵਤਾ ਦੇ ਇਤਿਹਾਸ ਵਿੱਚ ਬਹੁਤ ਵੱਡਾ ਕੰਮ ਕਰਨਾ ਹੈ। ਉਸ ਲਈ ਉਹਨਾਂ ਨੂੰ ਤਿਆਰੀ ਦਾ ਸਮਾਂ ਚਾਹੀਦਾ ਹੈ। ਜਦ ਇਹ ਬਚਨ ਗੁਰੂ ਸਾਹਿਬ ਕਰ ਰਹੇ ਸਨ ਤਾਂ ਮਾਤਾ ਗੁਜਰੀ ਵੀ ਸੱਸ ਮਾਂ ਦੇ ਨਾਲ ਖੜੀ ਸੁਣ ਰਹੀ ਸੀ। ਆਮ ਸੰਸਾਰੀ ਮਨੁੱਖ ਲਈ ਅਜਿਹਾ ਆਦੇਸ਼ ਦੁਖਦਾਈ ਹੁੰਦਾ ਹੈ ਕਿ ਗੁਰੂ ਘਰ ਦੀਆਂ ਰੌਣਕਾਂ, ਮਾਣ ਸਤਿਕਾਰ ਤੇ ਜਾਇਦਾਦ ਦੀ ਪਕੜ ਛੱਡ ਕੇ ਕਿਧਰੇ ਹੋਰ ਚਲੇ ਜਾਣ, ਇਹ ਸਹਿਣ ਨਹੀਂ ਹੁੰਦਾ। ਪਰ ਮਾਤਾ ਗੁਜਰੀ ਜੀ ਲੋਭ ਮੋਹ ਤੋਂ ਬਹੁਤ ਉੱਪਰ ਉੱਠ ਚੁੱਕੇ ਸੀ। ਇਸ ਲਈ ਉਹਨਾਂ ਨੇ ਨਾ ਕਿੰਤੂ ਕੀਤਾ ਅਤੇ ਨਾ ਹੀ ਆਪਣਾ ਕੋਈ ਹੱਕ ਅਧਿਕਾਰ ਜਤਾਇਆ। ਗੁਰਦੇਵ ਪਿਤਾ ਜੀ ਦੀ ਆਗਿਆ ਨੂੰ ਸੱਤ ਕਰਕੇ ਮੰਨਣ ਦੀ ਸ਼ਕਤੀ ਪ੍ਰਭੂ ਨੇ ਉਹਨਾਂ ਨੂੰ ਬਖਸ਼ ਦਿੱਤੀ ਸੀ। ਮਨ ਵਿੱਚ ਇੱਕ ਖੁਸ਼ੀ ਇਹ ਵੀ ਸੀ ਕਿ ਸੱਸ ਮਾਂ ਦੀ ਸਰਪ੍ਰਸਤੀ ਵਿੱਚ ਜੀਵਨ ਗੁਜ਼ਾਰਨ ਦਾ ਹੁਕਮ ਹੋਇਆ ਹੈ। ਗੁਰਦੇਵ ਪਿਤਾ ਦੀ ਇਸ ਭਵਿੱਖਬਾਣੀ ਤੇ ਮਾਤਾ ਗੁਜਰੀ ਜੀ ਨੂੰ ਗੌਰਵ ਸੀ ਕਿ ਉਹਨਾਂ ਦੇ ਪਤੀ ਨੇ ਮਾਨਵਤਾ ਦੇ ਇਤਿਹਾਸ ਵਿੱਚ ਧਰਮ ਰੱਖਿਅਕ ਬਣਨ ਲਈ ਤਿਆਰੀ ਕਰਨੀ ਹੈ। ਗੁਜਰੀ ਜੀ ਨੇ ਇਸ ਕੰਮ ਵਿੱਚ ਸਹਿਯੋਗ ਦੇਣਾ ਹੈ। ਗੁਰਦੇਵ ਪਿਤਾ ਨੇ ਅਜਿਹਾ ਆਸ਼ੀਰਵਾਦ ਪਰਿਵਾਰ ਦੇ ਹੋਰ ਜੀਆਂ ਨੂੰ ਨਹੀਂ ਦਿੱਤਾ ਸੀ। ਇਤਿਹਾਸ ਵਿੱਚ ਇਹ ਸਮਾਚਾਰ ਬਿਆਨ ਕਰਨ ਵਾਲੇ ਲੇਖਕਾਂ ਨੇ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਅੰਤਿਮ ਅਰਦਾਸ ਤੱਕ ਮਾਤਾ ਨਾਨਕੀ, ਸ੍ਰੀ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਕੀਰਤਪੁਰ ਵਿੱਚ ਰਹੇ। ਫਿਰ ਸ੍ਰੀ ਗੁਰੂ ਹਰਿਰਾਏ ਸਾਹਿਬ ਤੋਂ ਆਗਿਆ ਲੈ ਕੇ 1644 ਈਸਵੀ ਨੂੰ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਕਾਲੇ ਆ ਗਏ। ਇਹ ਪਿੰਡ ਮਾਤਾ ਨਾਨਕੀ ਜੀ ਦਾ ਪੇਕਾ ਪਿੰਡ ਸੀ। ਬਕਾਲੇ ਜਾਂਦਿਆਂ ਪਰਿਵਾਰ ਰਾਹ ਵਿੱਚ ਕਰਤਾਰਪੁਰ ਰੁਕਿਆ, ਜੋ ਮਾਤਾ ਗੁਜਰੀ ਜੀ ਦਾ ਪੇਕਾ ਨਗਰ ਸੀ। ਉੱਥੇ ਗੁਜਰੀ ਜੀ ਦੇ ਮਾਪਿਆਂ ਨੇ ਜ਼ੋਰ ਦਿੱਤਾ ਕਿ ਤੁਸੀਂ ਕਰਤਾਰਪੁਰ ਵਿੱਚ ਹੀ ਰਹਿ ਸਕਦੇ ਹੋ, ਤੁਹਾਡੀ ਇੱਥੇ ਜਾਇਦਾਦ, ਸਥਾਨ ਤੇ ਸੰਗਤ ਹੈ। ਗੁਜਰੀ ਜੀ ਨੇ ਬੜੇ ਧੀਰਜ ਨਾਲ ਆਪਣੇ ਮਾਪਿਆਂ ਤੇ ਭੈਣ ਭਰਾਵਾਂ ਨੂੰ ਸਮਝਾਇਆ ਕਿ ਗੁਰਦੇਵ ਪਿਤਾ ਦਾ ਆਦੇਸ਼ ਮੰਨਣਾ ਜ਼ਰੂਰੀ ਹੈ, ਇਸ ਲਈ ਅਸੀਂ ਕਰਤਾਰਪੁਰ ਨਹੀਂ ਰਹਿ ਸਕਦੇ। ਹੁਕਮ ਦੀ ਪਾਲਣਾ ਕਰਨਾ ਸਾਡਾ ਮੁੱਖ ਫਰਜ਼ ਹੈ। ਆਮ ਜਗਿਆਸੂ ਨਾਰੀ ਅਜਿਹੀ ਅਵਸਥਾ ਵਿੱਚ ਪੇਕਿਆਂ ਨੇੜੇ ਰਹਿਣਾ ਠੀਕ ਸਮਝਦੀ ਹੈ। ਉਹ ਆਮ ਜਗਿਆਸੂ ਨਾਰੀਆਂ ਵਰਗੀ ਹੈ ਹੀ ਨਹੀਂ ਸੀ। ਮਾਤਾ ਨਾਨਕੀ ਵੀ ਗੁਜਰੀ ਜੀ ਦੇ ਇਸ ਉੱਤਰ ਤੇ ਬਹੁਤ ਖੁਸ਼ ਹੋਏ। ਉਹਨਾਂ ਨੇ ਬੜੀ ਸਿਆਣਪ ਭਰੀ ਗੱਲ ਕੀਤੀ ਸੀ। ਜਦੋਂ ਪਰਿਵਾਰ ਸਮੇਤ ਮਾਤਾ ਨਾਨਕੀ ਜੀ ਬਕਾਲੇ ਪਹੁੰਚੇ ਤਾਂ ਉਹਨਾਂ ਦੇ ਮਾਪਿਆਂ ਨੇ ਬੜੀ ਖੁਸ਼ੀ ਤੇ ਸਤਿਕਾਰ ਨਾਲ ਜੀ ਆਇਆਂ ਕਿਹਾ। ਉਹ ਪਰਿਵਾਰ ਆਰਥਿਕ ਤੌਰ ਤੇ ਸੌਖਾ ਅਤੇ ਖੁੱਲੇ ਸੁਭਾਅ ਦਾ ਗੁਰਸਿੱਖ ਪਰਿਵਾਰ ਸੀ। 2-4 ਦਿਨ ਉਸ ਪਰਿਵਾਰ ਨਾਲ ਰਹਿਣ ਪਿੱਛੋਂ ਮਾਤਾ ਗੁਜਰੀ ਨੇ ਸੱਸ ਮਾਂ ਨੂੰ ਯਾਦ ਕਰਾਇਆ ਕਿ ਉਹਨਾਂ ਦੇ ਪਤੀ ਨੂੰ ਅਗਲੀ ਜ਼ਿੰਮੇਵਾਰੀ ਦੀ ਤਿਆਰੀ ਲਈ ਜੋ ਇਕਾਂਤ ਅਤੇ ਸ਼ਾਂਤ ਵਾਤਾਵਰਣ ਚਾਹੀਦਾ ਹੈ, ਉਹ ਵੱਡੇ ਪਰਿਵਾਰ ਵਿੱਚ ਨਹੀਂ ਮਿਲ ਸਕਦਾ। ਇਹ ਗੱਲ ਜਦੋਂ ਮਾਤਾ ਨਾਨਕੀ ਦੇ ਪੇਕਿਆਂ ਤੱਕ ਪਹੁੰਚੀ ਤਾਂ ਉਹਨਾਂ ਨੇ ਪਿੰਡ ਦੇ ਬਾਹਰਲੇ ਪਾਸੇ ਮਿੱਟੀ ਦੀਆਂ ਕੰਧਾਂ ਉਸਾਰ ਕੇ ਘਰ ਬਣਵਾ ਦਿੱਤਾ, ਜਿੱਥੇ ਮਾਤਾ ਨਾਨਕੀ ਜੀ, ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਰਹਿਣ ਲੱਗ ਪਏ। ਸ੍ਰੀ ਤੇਗ ਬਹਾਦਰ ਜੀ ਨੇ ਇਸ ਮਕਾਨ ਦੇ ਨਾਲ ਇੱਕ ਭੋਰਾ ਬਣਵਾਇਆ ਅਤੇ ਉੱਥੇ ਇਕਾਂਤ ਵਿੱਚ ਦਿਨ ਰਾਤ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਲੱਗ ਪਏ। ਮਾਤਾ ਗੁਜਰੀ ਜੀ ਨੇ ਨਾਮ ਸਿਮਰਨ ਵਿੱਚ ਸਮਾਂ ਗੁਜ਼ਾਰਨ ਵਾਲੇ ਆਪਣੇ ਪਤੀ ਤੋਂ
ਇਹ ਆਗਿਆ ਲੈ ਲਈ ਕਿ ਉਹ ਭੌਰੇ ਨੂੰ ਜਾਂਦੇ ਰਾਹ ਤੇ ਬੈਠਣਾ ਚਾਹੁੰਦੀ ਹੈ ਤਾਂ ਕਿ ਹਰ ਸਮੇਂ ਪਤੀ ਦੇ ਦਰਸ਼ਨ ਕਰ ਸਕੇ ਤੇ ਜਦ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਹ ਤੁਰੰਤ ਹੁਕਮ ਦੀ ਪਾਲਣਾ ਕਰ ਸਕੇ। ਇਹ ਆਗਿਆ ਉਦੋਂ ਲਈ ਜਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਦੇਸ਼ ਦਿੱਤਾ ਕਿ ਭੌਰੇ ਵਿੱਚ ਕੋਈ ਨਾ ਆਏ ਤੇ ਨਾ ਉਹਨਾਂ ਦੀ ਬਿਰਤੀ ਨੂੰ ਉਖੇੜਨ ਦਾ ਯਤਨ ਕਰੇ। ਸਵੇਰੇ ਸਵੇਰੇ ਘਰ ਦਾ ਕੰਮਕਾਜ ਕਰਕੇ ਮਾਤਾ ਗੁਜਰੀ ਭੌਰੇ ਨੂੰ ਉਤਰਦੀਆਂ ਪੌੜੀਆਂ ਦੇ ਬਾਹਰ ਆ ਬੈਠਦੀ, ਜਿੱਥੋਂ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨਜ਼ਰ ਆਉਂਦੇ ਰਹਿੰਦੇ। ਮਾਤਾ ਜੀ ਆਪ ਵੀ ਨਾਮ ਸਿਮਰਨ ਵਿੱਚ ਲੱਗੇ ਰਹਿੰਦੇ। ਇਸ ਤਰ੍ਹਾਂ ਇੱਕ ਤਾਂ ਉਹਨੂੰ ਸੰਤੁਸ਼ਟੀ ਮਿਲਦੀ ਅਤੇ ਦੂਜਾ ਪਤੀ ਪਿਆਰ ਦਾ ਨਸ਼ਾ ਵੀ ਮਿਲਦਾ। ਇਹ ਅਨੋਖੇ ਕਿਸਮ ਦਾ ਗ੍ਰਸਥੀ ਜੀਵਨ ਉਹਨੇ ਸਾਲ 6 ਮਹੀਨੇ ਨਹੀਂ ਸਗੋਂ ਪੂਰੇ 20 ਸਾਲ ਇਸੇ ਨਿਯਮ ਨਾਲ ਬਿਤਾਇਆ। ਹਰ ਨਾਰੀ ਦੀ ਇੱਛਾ ਹੁੰਦੀ ਹੈ ਕਿ ਉਹ ਵਿਆਹ ਤੋਂ ਪਿੱਛੋਂ ਗ੍ਰਸਥ ਜੀਵਨ ਵਿੱਚ ਮਾਂ ਬਣੇ, ਪਰ ਮਾਤਾ ਗੁਜਰੀ ਨੇ ਪਰਿਵਾਰਕ ਜੀਵਨ ਵਿੱਚ ਆਪਣੀ ਬਿਰਤੀ ਨੂੰ ਮਾਹੌਲ ਅਨੁਸਾਰ ਇਉਂ ਢਾਲਿਆ ਕਿ ਦੁਨਿਆਵੀ ਖਾਹਿਸ਼ਾਂ ਉੱਤੇ ਉਹਨਾਂ ਦਾ ਪੂਰਾ ਕਾਬੂ ਸੀ। ਗੁਰੂ ਮਹੱਲਾਂ ਦੇ ਸੁੱਖ ਆਰਾਮ, ਚੰਗਾ ਖਾਣ ਪੀਣ ਤੇ ਪਹਿਨਣ ਦੀ ਥਾਂ ਜੇ ਕੱਚੇ ਕੋਠੇ ਵਿੱਚ ਵੀ ਰਹਿਣਾ ਪਿਆ ਤੇ ਸਾਰਾ ਦਿਨ ਭੌਰੇ ਦੇ ਬਾਹਰ ਗੁਜ਼ਾਰਨਾ ਪਿਆ ਤਾਂ ਵੀ ਉਹਨਾਂ ਦੇ ਮਨ ਵਿੱਚ ਕੋਈ ਸ਼ਿਕਵਾ ਨਹੀਂ ਆਇਆ। ਸੰਨ 1664 ਵਿੱਚ ਉਹ ਦਿਨ ਆ ਗਏ ਜਦੋਂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ। ਉਹਨਾਂ ਦੇ ਆਦੇਸ਼ ਨਾਲ ਸਿੱਖ ਸੰਗਤਾਂ ਤੇ ਦਿੱਲੀ ਤੋਂ ਆਏ ਮੁਖੀ ਸਿੱਖ 9ਵੀਂ ਨਾਨਕ ਜੋਤ ਦੀ ਭਾਲ ਲਈ ਬਕਾਲੇ ਆ ਗਏ, ਪਰ ਇੱਥੇ 22 ਅਖੌਤੀ ਗੁਰੂ ਬਣ ਕੇ ਮੰਜੀਆਂ ਢਾ ਕੇ ਲੋਕਾਂ ਨੂੰ ਭਰਮ ਭੁਲੇਖੇ ਵਿੱਚ ਪਾਉਣ ਦਾ ਯਤਨ ਕਰ ਰਹੇ ਸਨ। ਭਾਈ ਮੱਖਣ ਸ਼ਾਹ ਲੁਬਾਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੌਰੇ ਵਿੱਚੋਂ ਲੱਭ ਕੇ ਉਹਨਾਂ ਬਾਰੇ ਸਭ ਨੂੰ ਦੱਸਿਆ। ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਭੌਰੇ ਤੋਂ ਬਾਹਰ ਬੁਲਾਇਆ ਤੇ 9ਵੇਂ ਪਾਤਸ਼ਾਹ ਦੇ ਰੂਪ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ। ਮਾਤਾ ਗੁਜਰੀ ਜੀ ਦੇ ਜੀਵਨ ਦਾ ਹੁਣ ਇੱਕ ਨਵਾਂ ਦੌਰ ਸ਼ੁਰੂ ਹੋਇਆ। ਇਸ ਦਿਨ ਤੋਂ ਗੁਰੂ ਤੇਗ ਬਹਾਦਰ ਜੀ ਦੇ ਮਹਿਲ ਮਾਤਾ ਗੁਜਰੀ ਜੀ ਗੁਰੂਪਤੀ ਦੀਆਂ ਨਵੀਆਂ ਜ਼ਿੰਮੇਵਾਰੀਆਂ ਵਿੱਚ ਹੱਥ ਵਟਾਉਣ ਲੱਗੇ। ਉਹਨਾਂ ਨੂੰ ਯਾਦ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਵਿੱਚ ਜੋ ਭਵਿੱਖਬਾਣੀ ਕੀਤੀ ਸੀ ਉਸ ਅਨੁਸਾਰ ਹੀ ਉਹਨਾਂ ਦੇ ਲਗਭਗ 20 ਸਾਲ ਗੁਜ਼ਰੇ ਹਨ। ਉਹਨਾਂ ਦੇ ਮਨ ਵਿੱਚ ਇਹ ਵੀ ਸੋਚ ਆਈ ਹੋਵੇਗੀ ਕਿ ਉਹਨਾਂ ਦੇ ਗੁਰਦੇਵ ਪਤੀ ਨੇ ਧਰਮ ਰੱਖਿਅਕ ਬਣ ਕੇ ਜੋ ਮਹਾਨ ਕਾਰਜ ਕਰਨਾ ਹੈ ਉਹ ਕਿਹੋ ਜਿਹਾ ਹੋਵੇਗਾ। ਮਾਨਸਿਕ ਤੌਰ ਤੇ ਮਾਤਾ ਗੁਜਰੀ ਜੀ ਨੂੰ ਤਸੱਲੀ ਸੀ ਕਿ ਵਾਹਿਗੁਰੂ ਨੇ ਉਹਨਾਂ ਤੋਂ ਜੋ ਸੇਵਾ ਲੈਣੀ ਹੈ ਉਹ ਚੰਗੀ ਹੀ ਹੋਵੇਗੀ। ਗੁਰੂ ਤੇਗ ਬਹਾਦਰ ਜੀ ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ ਸਾਹਿਬ ਤੇ ਗੋਇੰਦਵਾਲ ਸਾਹਿਬ ਦੇ ਗੁਰ ਅਸਥਾਨਾਂ ਦੀ ਯਾਤਰਾ ਲਈ ਜਦੋਂ ਚੱਲੇ ਤਾਂ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਵੀ ਸਨ। ਮਾਤਾ ਗੁਜਰੀ ਜੀ ਨੂੰ ਪਹਿਲੀ ਵਾਰ ਇਹਨਾਂ ਗੁਰ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਦਾ ਅਵਸਰ ਮਿਲਿਆ ਸੀ। ਇਸ ਯਾਤਰਾ ਪਿੱਛੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਪਰਿਵਾਰ ਸਮੇਤ ਜਦ ਚੱਲੇ ਤਾਂ ਰਸਤੇ ਵਿੱਚ ਸਿੱਖ ਸੰਗਤ ਉਹਨਾਂ ਦੇ ਦਰਸ਼ਨ ਕਰਨ ਤੇ ਨਮਸਕਾਰ ਕਰਨ ਲਈ ਇਕੱਠੀ ਹੁੰਦੀ ਰਹੀ। ਜਦੋਂ ਉਹ ਕਰਤਾਰਪੁਰ ਦੁਆਬਾ ਤੋਂ ਲੰਘਣ ਲੱਗੇ ਤਾਂ ਮਾਤਾ ਗੁਜਰੀ ਜੀ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਹੁਣ ਉਹ ਮਾਪਿਆਂ ਦੇ ਨਗਰ ਤੋਂ 9ਵੇਂ ਗੁਰੂ ਪਾਤਸ਼ਾਹ ਦੇ ਮਹਿਲ ਦੇ ਰੂਪ ਵਿੱਚ ਵਿਚਰ ਰਹੀ ਹੈ। ਕੀਰਤਪੁਰ ਵਿੱਚ ਪਹੁੰਚ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਨੁਭਵ ਕੀਤਾ ਕਿ ਇੱਥੇ ਰਹਿਣ ਨਾਲੋਂ ਇੱਕ ਨਵਾਂ ਨਗਰ ਉਸਾਰਨਾ ਚਾਹੀਦਾ ਹੈ। ਰਿਆਸਤ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਖਰੀਦ ਕੇ ਇੱਕ ਨਵਾਂ ਨਗਰ ਵਸਾਉਣਾ ਸ਼ੁਰੂ ਕੀਤਾ, ਜਿਸ ਦਾ ਨਾਂ ਆਪਣੀ ਮਾਤਾ ਨਾਨਕੀ ਜੀ ਦੇ ਨਾਂ ਤੇ ਚੱਕ ਨਾਨਕੀ ਰੱਖਿਆ। ਮਾਤਾ ਗੁਜਰੀ ਜੀ ਨੇ ਬਹੁਤ ਪ੍ਰਸੰਨਤਾ ਪ੍ਰਗਟ ਕੀਤੀ ਕਿ ਉਹਦੀ ਸੱਸ ਮਾਂ ਦੇ ਨਾਂ ਤੇ ਨਗਰ ਵਸਾਇਆ ਜਾ ਰਿਹਾ ਹੈ ਅਤੇ ਇਸ ਵਿੱਚ ਉਹ ਮਾਤਾ ਨਾਨਕੀ ਦੀ ਦੇਖ ਰੇਖ ਵਿੱਚ ਹੀ ਅਗਲਾ ਜੀਵਨ ਬਿਤਾਏਗੀ। ਕੁਝ ਸਮੇਂ ਪਿੱਛੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਭਾਰਤ ਭਰ ਦੀ ਯਾਤਰਾ ਤੇ ਸਿੱਖ ਸੰਗਤਾਂ ਦੀ ਸੰਭਾਲ ਤੇ ਅਗਵਾਈ ਲਈ ਜਾਣ ਦਾ ਵਿਚਾਰ ਬਣਾਇਆ ਤਾਂ ਪਰਿਵਾਰ ਨੂੰ ਵੀ ਨਾਲ ਚੱਲਣ ਦੀ ਤਿਆਰੀ ਕਰਨ ਲਈ ਕਹਿ ਦਿੱਤਾ। ਇਸ ਯਾਤਰਾ ਦੇ ਹਰ ਪੜਾਅ ਤੇ ਗੁਰੂ ਤੇਗ ਬਹਾਦਰ ਜੀ ਉਪਦੇਸ਼ ਦਿੰਦੇ ਗਏ, ਜਿਨ੍ਹਾਂ ਦਾ ਅਸਰ ਆਮ ਲੋਕਾਂ ਦੇ ਜੀਵਨ ਤੇ ਤਾਂ ਪੈਂਦਾ ਹੀ ਸੀ, ਪਰ ਮਾਤਾ ਗੁਜਰੀ ਜੀ ਦੇ ਮਨ
ਤੇ ਦਿਮਾਗ ਉੱਤੇ ਵੀ ਇਹਨਾਂ ਵਿਚਾਰਾਂ ਦੀ ਮੋਹਰ ਛਾਪ ਲੱਗਦੀ ਗਈ। ਖਾਸ ਤੌਰ ਤੇ ਇਹ 2 ਸੰਦੇਸ਼ ਉਹ ਕਈ ਵਾਰ ਯਾਦ ਕੀਤਾ ਕਰਦੇ ਸਨ। ਚਿੰਤਾ ਤਾਕੀ ਕੀਜੀਏ ਜੋ ਅਣਹੋਣੀ ਹੋਏ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ। ਇਸ ਯਾਤਰਾ ਦੌਰਾਨ ਹੀ ਮਾਤਾ ਗੁਜਰੀ ਜੀ ਨੂੰ ਅਕਾਲ ਪੁਰਖ ਦੀ ਕਿਰਪਾ ਸਦਕਾ ਮਾਂ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਵੈ ਜੀਵਨੀ ਬਚਿੱਤਰ ਨਾਟਕ ਵਿੱਚ ਲਿਖਿਆ ਹੈ ਕਿ ਉਹਨਾਂ ਦੇ ਮਾਤਾ ਪਿਤਾ ਨਾਮ ਸਿਮਰਨ ਤੇ ਪੁੰਨਦਾਨ ਕਰਦੇ ਹੋਏ ਜਦੋਂ ਇਲਾਹਾਬਾਦ ਤ੍ਰਿਵੇਣੀ ਪਹੁੰਚੇ ਤਾਂ ਇੱਕ ਦਿਨ ਦੋਹਾਂ ਦੇ ਮਨ ਵਿੱਚ ਆਇਆ ਕਿ ਉਹਨਾਂ ਦੇ ਗ੍ਰਹਿ ਵਿਖੇ ਇੱਕ ਸੂਰਮੇ ਸੱਚੇ ਸਰੂਪ ਮਹਾਪੁਰਖ ਸਿੱਧ ਹੋਣ ਵਾਲੇ ਬਾਲਕ ਦਾ ਆਗਮਨ ਹੋਵੇ। ਉਹਨਾਂ ਦੀ ਇੱਛਾ ਪੂਰਨ ਹੋਈ ਤੇ ਇੱਥੇ ਹੀ ਕੁੱਖ ਵਿੱਚ ਬਾਲਕ ਦੀ ਹੋਂਦ ਸ਼ੁਰੂ ਹੋ ਗਈ। ਇੱਥੋਂ ਗੁਰੂ ਪਰਿਵਾਰ ਅੱਗੇ ਯਾਤਰਾ ਕਰਦਿਆਂ ਬਿਹਾਰ ਦੇ ਨਗਰ ਪਟਨੇ ਪਹੁੰਚ ਗਿਆ। ਕੁਝ ਸਮਾਂ ਇੱਥੇ ਠਹਿਰ ਕੇ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪ੍ਰੋਗਰਾਮ ਅਨੁਸਾਰ ਬੰਗਾਲ ਤੇ ਅਸਾਮ ਦੀ ਯਾਤਰਾ ਲਈ ਚੱਲ ਪਏ। ਪਰਿਵਾਰ ਨੂੰ ਉਹਨਾਂ ਨੇ ਪਟਨੇ ਵਿੱਚ ਹੀ ਰਹਿਣ ਦਾ ਆਦੇਸ਼ ਦਿੱਤਾ। ਪਟਨੇ ਵਿੱਚ ਹੀ ਰਹਿੰਦਿਆਂ ਮਾਤਾ ਗੁਜਰੀ ਜੀ ਦੇ ਘਰ 1666 ਈਸਵੀ ਨੂੰ ਜਿਸ ਬਾਲਕ ਨੇ ਜਨਮ ਲਿਆ ਉਸ ਦਾ ਨਾਂ ਗੁਰੂ ਗੋਬਿੰਦ ਸਿੰਘ ਸੀ। ਇਸ ਸਮੇਂ ਮਾਤਾ ਗੁਜਰੀ ਜੀ ਦੀ ਉਮਰ 41-42 ਸਾਲ ਦੀ ਸੀ। ਮਾਤਾ ਨਾਨਕੀ ਤੇ ਮਾਤਾ ਗੁਜਰੀ ਦੋਵੇਂ ਨੌ ਸੱਸ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੇ ਬੇਹੱਦ ਖੁਸ਼ ਹੋਈਆਂ। ਬੜਾ ਦਾਨ ਪੁੰਨ ਕੀਤਾ। ਵਧਾਈ ਦੇਣ ਆਉਣ ਵਾਲਿਆਂ ਵਿੱਚ ਮਠਿਆਈਆਂ ਵੰਡੀਆਂ। ਮਾਤਾ ਨਾਨਕੀ ਬਹੁਤ ਹੀ ਖੁਸ਼ ਸਨ ਕਿਉਂਕਿ ਉਹਨਾਂ ਨੇ ਪੋਤਰੇ ਦੇ ਦਰਸ਼ਨ ਕਰ ਲਏ ਸਨ। ਮਾਤਾ ਗੁਜਰੀ ਨੂੰ ਦਿਲੋਂ ਤਸੱਲੀ ਸੀ ਕਿ ਕੁੱਖ ਹਰੀ ਹੋਣ ਸਮੇਂ ਉਹਨਾਂ ਜੋ ਕੁਝ ਸੋਚਿਆ ਤੇ ਪ੍ਰਭੂ ਕੋਲੋਂ ਮੰਗਿਆ ਸੀ ਉਸ ਅਨੁਸਾਰ ਹੀ ਇਹ ਧੁਰੋਂ ਵਰੋਸਾਇਆ ਬਾਲਕ ਕਾਰਜ ਕਰੇਗਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਆਗਿਆ ਅਨੁਸਾਰ 5 ਸਾਲ ਪਟਨਾ ਸਾਹਿਬ ਰਹਿ ਕੇ ਮਾਤਾ ਗੁਜਰੀ ਇਲਾਹੀ ਜੋਤ ਆਪਣੇ ਸਪੁੱਤਰ ਦੀ ਪਾਲਣਾ ਪੋਸ਼ਣਾ ਤੇ ਸੇਵਾ ਸੰਭਾਲ ਵਿੱਚ ਲੱਗੀ ਰਹੀ। ਗੋਬਿੰਦ ਰਾਏ ਜੀ ਦੇ ਬਾਲ ਲੀਲਾ ਦੇ ਦ੍ਰਿਸ਼ ਦੇਖ ਕੇ ਦਿਲੋਂ ਪ੍ਰਭੂ ਦਾ ਧੰਨਵਾਦ ਕਰਦੀ ਕਿ ਉਸ ਸੱਚੇ ਪਾਤਸ਼ਾਹ ਨੇ ਭਗਤ ਸੂਰਮਾ ਤੇ ਦਾਤਾ ਸਪੁੱਤਰ ਬਖਸ਼ਿਆ ਹੈ। 1671 ਵਿੱਚ ਪਰਿਵਾਰ ਸਮੇਤ ਮਾਤਾ ਗੁਜਰੀ ਜੀ ਪਟਨਾ ਸਾਹਿਬ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਆ ਗਏ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਕਈ ਭਾਸ਼ਾਵਾਂ ਦਾ ਗਿਆਨ ਦਿਵਾਉਣ ਦਾ ਪ੍ਰਬੰਧ ਕੀਤਾ। ਸ਼ਸਤਰ ਵਿਦਿਆ ਵਿੱਚ ਨਿਪੁੰਨ ਹੋਣ ਲਈ ਸਾਧਨ ਜੁਟਵਾਏ ਅਤੇ 4 ਸਾਲ ਦੀ ਉਮਰ ਵਿੱਚ ਹੀ ਹਰ ਪਾਸਿਓਂ ਨਿਪੁੰਨ ਹੋਣ ਲਈ ਸਹਿਯੋਗ ਦਿੱਤਾ। ਮਾਤਾ ਗੁਜਰੀ ਜੀ ਜੀਵਨ ਦੇ ਕਈ ਉਤਰਾਅ ਚੜ੍ਹਾਅ ਦੇਖ ਚੁੱਕੇ ਸਨ। ਇਹ ਬੀਤੇ 9 ਸਾਲ ਦਾ ਸਮਾਂ ਉਹਨਾਂ ਲਈ ਅਤ ਸੁਖਦਾਈ ਸਮਾਂ ਸੀ। 1675 ਦਾ ਸਾਲ ਚੜ੍ਹਨ ਤੇ ਫਿਰ ਜੀਵਨ ਦੇ ਸਿੱਧੇ ਪੱਧਰੇ ਰਾਹ ਤੇ ਇੱਕ ਨਵਾਂ ਮੋੜ ਆਇਆ। ਗੁਰਦੇਵ ਪਤੀ ਦੇ ਨਾਲ 40 ਸਾਲ ਗੁਜ਼ਾਰਨ ਪਿੱਛੋਂ ਪਰਿਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਛੱਡ ਕੇ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਚਲੇ ਗਏ। ਉੱਥੇ ਧਰਮ ਵਿਸ਼ਵਾਸ ਦੀ ਆਜ਼ਾਦੀ ਲਈ ਚਾਂਦਨੀ ਚੌਂਕ ਵਿੱਚ ਸ਼ਹੀਦ ਹੋ ਗਏ। ਮਾਤਾ ਗੁਜਰੀ ਜੀ ਲਈ ਇਹ ਸੂਚਨਾ ਵੀ ਜ਼ਿੰਦਗੀ ਦੀ ਅਤ ਦੁਖਦਾਈ ਘਟਨਾ ਸੀ, ਪਰ ਸਬਰ ਸੰਤੋਖ ਨਾਲ ਉਹਨਾਂ ਨੇ ਇਸ ਨੂੰ ਸਹਿਣ ਕੀਤਾ। 9 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ 10ਵੀਂ ਨਾਨਕ ਜੋਤ ਬਣ ਗਏ। ਹੁਣ ਗੁਰਦੇਵ ਸਪੁੱਤਰ ਦੀ ਮਾਤਾ ਦੇ ਰੂਪ ਵਿੱਚ ਮਾਤਾ ਗੁਜਰੀ ਦੇ ਜੀਵਨ ਵਿੱਚ ਇੱਕ ਨਵਾਂ ਪੜਾਅ ਸ਼ੁਰੂ ਹੋਇਆ। ਇਸ ਜੀਵਨ ਅਵਸਥਾ ਵਿੱਚ ਉਹ ਦ੍ਰਿਸ਼ ਤੁਰੰਤ ਦੇਖਣ ਨੂੰ ਮਿਲਿਆ ਜਦੋਂ ਭਾਈ ਜੱਤਾ ਚਾਂਦਨੀ ਚੌਂਕ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕ ਕੇ ਦੌੜਿਆ ਤੇ ਰਾਹ ਦੇ ਸਫ਼ਰ ਦੀਆਂ ਔਕੜਾਂ ਸਹਿ ਕੇ ਕੀਰਤਪੁਰ ਪਹੁੰਚਿਆ। ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰੀ ਜੀ ਨੇ ਕੀਰਤਪੁਰ ਆ ਕੇ ਸ਼ਹੀਦ ਗੁਰਦੇਵ ਜੀ ਦੇ ਪਵਿੱਤਰ ਸਰੀਰ ਨੂੰ ਨਮਸਕਾਰ ਕੀਤਾ। ਬਿਬਾਨ ਬਣਾ ਕੇ ਸ਼ਬਦ ਕੀਰਤਨ ਕਰਦੇ ਹੋਏ ਚੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਸੰਸਕਾਰ ਕੀਤਾ। ਸੰਨ 1684 ਤੱਕ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੇਵਾ ਸਿਮਰਨ ਵਿੱਚ ਜੁਟੇ ਰਹੇ ਤੇ ਫਿਰ ਨਾਹਨ ਰਿਆਸਤ ਦੇ ਰਾਜੇ ਨੇ ਸੱਦੇ ਉੱਤੇ ਸਮੇਤ ਪਰਿਵਾਰ ਨਾਹਨ ਆ ਗਏ। ਨਵੇਂ ਨਗਰ ਪੌਂਟਾ ਸਾਹਿਬ ਦੀ ਸਿਰਜਣਾ ਕਰਕੇ ਇੱਥੇ ਨਿਵਾਸ ਕੀਤਾ।
ਪਹਾੜੀ ਰਾਜਿਆਂ ਨਾਲ ਪਹਿਲਾ ਯੁੱਧ ਦਸਮੇਸ਼ ਪਿਤਾ ਨੇ ਪੌਂਟਾ ਸਾਹਿਬ ਰਹਿੰਦਿਆਂ ਭੰਗਾਣੀ ਦੇ ਮੈਦਾਨ ਵਿੱਚ ਲੜਿਆ। ਗੁਰੂ ਗੋਬਿੰਦ ਸਿੰਘ ਜੀ ਭਾਵੇਂ ਸਾਹਿਤ ਸਿਰਜਣਾ ਵਿੱਚ ਦਿਲਚਸਪੀ ਲੈਂਦੇ ਰਹੇ ਤੇ ਭਾਵੇਂ ਜੰਗ ਵਿੱਚ ਨਿਤਰਨ ਲਈ ਮਜਬੂਰ ਹੋਏ, ਮਾਤਾ ਗੁਜਰੀ ਜੀ ਨੇ ਕਦੇ ਕਿਸੇ ਕਾਰਵਾਈ ਬਾਰੇ ਨਾ ਪੱਖੀ ਸਲਾਹ ਨਹੀਂ ਦਿੱਤੀ। ਪੌਂਟਾ ਸਾਹਿਬ ਰਹਿੰਦਿਆਂ ਹੀ ਭੰਗਾਣੀ ਦੇ ਯੁੱਧ ਦੇ ਦਿਨਾਂ ਵਿੱਚ ਵੀ ਮਾਤਾ ਗੁਜਰੀ ਜੀ ਨੂੰ ਖੁਸ਼ੀ ਪ੍ਰਾਪਤ ਹੋਈ। ਜਦੋਂ ਮਾਤਾ ਸੁੰਦਰੀ ਜੀ ਦੀ ਕੁੱਖੋਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਦਾ ਜਨਮ ਹੋਇਆ, 1679 ਵਿੱਚ ਹੀ ਪਰਿਵਾਰ ਸਮੇਤ ਮਾਤਾ ਗੁਜਰੀ ਜੀ ਮੁੜ ਸ੍ਰੀ ਅਨੰਦਪੁਰ ਸਾਹਿਬ ਆ ਗਏ। 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਭਰੇ ਦੀਵਾਨ ਵਿੱਚ ਉੱਠ ਕੇ 5 ਵਾਰ ਗੁਰਸਿੱਖਾਂ ਤੋਂ ਸੀਸ ਭੇਟ ਕਰਨ ਦੀ ਮੰਗ ਕੀਤੀ ਤਾਂ ਕਈ ਕਮਜ਼ੋਰ ਤੇ ਕੱਚੇ ਦਿਲ ਵਾਲੇ ਤੁਰੰਤ ਦੀਵਾਨ ਵਿੱਚੋਂ ਉੱਠੇ ਤੇ ਮਾਤਾ ਗੁਜਰੀ ਜੀ ਨੂੰ ਆ ਬੇਨਤੀ ਕੀਤੀ ਕਿ ਗੁਰੂ ਜੀ ਸਿੱਖਾਂ ਨੂੰ ਕਤਲ ਹੋਣ ਲਈ ਸੱਦਾ ਦੇ ਰਹੇ ਨੇ। ਤਾਂ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਅਸੀਂ ਉਹਨਾਂ ਦੀ ਕਿਸੇ ਕਾਰਵਾਈ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੇ। ਜਦੋਂ ਖਾਲਸੇ ਦੀ ਸਾਜਣਾ ਲਈ ਅੰਮ੍ਰਿਤ ਤਿਆਰ ਹੋਇਆ ਤੇ 5 ਪਿਆਰਿਆਂ ਤੋਂ ਸਿੱਖ ਨਰ ਨਾਰੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤਾਂ ਮਾਤਾ ਗੁਜਰੀ ਜੀ ਤੇ ਗੁਰੂ ਪਰਿਵਾਰ ਦੇ ਦੂਜੇ ਜੀਆਂ ਨੇ ਵੀ ਅੰਮ੍ਰਿਤ ਛਕ ਲਿਆ। ਇਸ ਦਿਨ ਤੋਂ ਮਾਤਾ ਗੁਜਰੀ ਜੀ ਦਾ ਨਾਂ ਗੁਜਰ ਕੌਰ ਹੋ ਗਿਆ, ਪਰ ਇਤਿਹਾਸ ਵਿੱਚ ਹਾਲੇ ਵੀ ਮਾਤਾ ਗੁਜਰੀ ਹੀ ਪ੍ਰਚਲਿਤ ਹੈ। 5 ਸਾਲ ਪਿੱਛੋਂ ਉਹ ਸਮਾਂ ਆਇਆ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਛੱਡਣਾ ਪਿਆ। ਇਸ ਸਮੇਂ ਕਈ ਇਤਿਹਾਸਕ ਸਾਖੀਆਂ ਅਨੁਸਾਰ ਮਾਤਾ ਗੁਜਰੀ ਜੀ ਨੇ ਵੀ ਇਹੀ ਸਲਾਹ ਦਿੱਤੀ ਕਿ ਸ੍ਰੀ ਅਨੰਦਪੁਰ ਸਾਹਿਬ ਖਾਲੀ ਕੀਤਾ ਜਾਏ। ਜਦੋਂ ਗੁਰੂ ਪਰਿਵਾਰ ਕਿਲੇ ਤੋਂ ਬਾਹਰ ਵਰਤਮਾਨ ਗੁਰਦੁਆਰਾ ਪਰਿਵਾਰ ਵਿਛੋੜਾ ਦੇ ਅਸਥਾਨ ਤੇ ਪਹੁੰਚਿਆ ਤਾਂ ਸ਼ਾਹੀ ਫੌਜਾਂ ਅਤੇ ਪਹਾੜੀ ਰਾਜਿਆਂ ਦੀ ਮਿਲਵੀਂ 10 ਲੱਖ ਦੀ ਫੌਜ ਨੇ ਹਮਲਾ ਕਰ ਦਿੱਤਾ। ਰਾਤ ਦੇ ਹਨੇਰੇ ਵਿੱਚ ਤੁਗਿਆਨੀ ਵਿੱਚ ਆਈ ਸਰਸਾ ਨਦੀ ਨੂੰ ਪਾਰ ਕਰਦਿਆਂ ਗੁਰੂ ਪਰਿਵਾਰ 3 ਪਾਸੇ ਨਿਖੜ ਗਿਆ। ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਨਾਲ ਦਿੱਲੀ ਦੇ ਰਾਹ ਪੈ ਗਏ। ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ 2 ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਚਮਕੌਰ ਵੱਲ ਨਿਕਲ ਗਏ। ਮਾਤਾ ਗੁਜਰ ਕੌਰ ਜੀ 2 ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ, ਫਤਿਹ ਸਿੰਘ ਅਤੇ ਗੁਰੂ ਘਰ ਦੇ ਰਸੋਈਏ ਗੰਗੂ ਨਾਲ ਉਹਦੇ ਪਿੰਡ ਖੇੜੀ ਵਰਤਮਾਨ ਸ਼ਹਿਰ ਮੋਰਿੰਡਾ ਪਹੁੰਚ ਗਏ। ਗੰਗੂ ਨੇ ਰਾਤ ਨੂੰ ਮਾਤਾ ਜੀ ਦੀ ਸਮਾਨ ਵਾਲੀ ਗਠੜੀ ਚੋਰੀ ਕਰ ਲਈ ਤੇ ਸਰਹੰਦ ਦੇ ਨਵਾਬ ਨੂੰ ਇਤਲਾਹ ਦੇਣ ਲਈ ਮੋਰਿੰਡੇ ਦੇ ਹਾਕਮਾਂ ਨੂੰ ਸੂਚਿਤ ਕਰ ਦਿੱਤਾ, ਜਿਸ ਕਰਕੇ ਮਾਤਾ ਗੁਜਰ ਕੌਰ ਜੀ ਤੇ ਦੋਵੇਂ ਸਾਹਿਬਜ਼ਾਦੇ ਗ੍ਰਿਫਤਾਰ ਕਰ ਲਏ ਗਏ ਤੇ ਸਰਹੰਦ ਵਿੱਚ ਨਵਾਬ ਵਜ਼ੀਰ ਖਾਨ ਦੀ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ। ਉਹਨਾਂ ਨੂੰ ਸਿਖਰ ਦੀ ਸਰਦੀ ਦੇ ਮੌਸਮ ਵਿੱਚ ਅਤ ਠੰਡੇ ਬੁਰਜ ਦੇ ਕੈਦਖਾਨੇ ਵਿੱਚ ਰੱਖਿਆ ਗਿਆ, ਜਿੱਥੇ ਠੰਡ ਤੋਂ ਬਚਣ ਲਈ ਕੋਈ ਸਾਧਨ ਨਹੀਂ ਸੀ। ਸਾਰੀ ਰਾਤ ਮਾਤਾ ਗੁਜਰ ਕੌਰ ਦੋਹਾਂ ਪੋਤਰਿਆਂ ਨੂੰ ਆਪਣੀ ਗੋਦੀ ਵਿੱਚ ਨਿੱਘ ਦਿੰਦੀ ਹੋਈ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਉਪਦੇਸ਼ ਦਿੰਦੀ ਰਹੀ। ਉਹਨਾਂ ਨੂੰ ਯਾਦ ਕਰਾਇਆ ਕਿ ਤੁਸੀਂ ਉਸ ਦਾਦੇ ਦੇ ਪੁੱਤਰੇ ਹੋ ਜੋ ਹਕੂਮਤ ਤੋਂ ਨਹੀਂ ਡਰੇ ਤੇ ਨਾ ਹੀ ਆਪਣਾ ਧਰਮ ਤਿਆਗਣ ਲਈ ਤਿਆਰ ਹੋਏ। ਤੁਸੀਂ ਸੂਰਬੀਰ ਪਿਤਾ ਦੇ ਸੁਪੁੱਤਰ ਹੋ ਜੋ ਸੱਚ ਤੇ ਡਟਣ ਵਾਲਾ ਹੈ। ਮਾਤਾ ਗੁਜਰ ਕੌਰ ਦੇ ਬਚਨਾਂ ਸਦਕਾ 7 ਤੇ 9 ਸਾਲਾਂ ਦੇ ਬਾਲਕਾਂ ਨੇ ਡਟ ਕੇ ਵਜ਼ੀਰ ਖਾਨ ਦੇ ਦਰਬਾਰ ਵਿੱਚ ਸਥਿਤੀ ਦਾ ਟਾਕਰਾ ਕੀਤਾ ਅਤੇ ਕੰਧਾਂ ਵਿੱਚ ਚਿਣੇ ਜਾਣ ਕਰਕੇ ਸ਼ਹੀਦ ਹੋ ਗਏ। ਜਦ ਮਾਤਾ ਗੁਜਰ ਕੌਰ ਨੂੰ ਇਸ ਸ਼ਹੀਦੀ ਸਾਕੇ ਦਾ ਪਤਾ ਲੱਗਾ ਤਾਂ ਉਹਨਾਂ ਅਕਾਲ ਪੁਰਖ ਦਾ ਲੱਖ ਲੱਖ ਸ਼ੁਕਰ ਕੀਤਾ ਕਿ ਮਾਸੂਮਾਂ ਨੇ ਆਪਣਾ ਧਰਮ ਪੂਰੀ ਤਰ੍ਹਾਂ ਨਿਭਾਇਆ ਹੈ। ਨਵਾਬ ਨੂੰ ਜਦ ਇਸ ਵਤੀਰੇ ਦੀ ਇਤਲਾਹ ਮਿਲੀ ਤਾਂ ਉਹਨੇ ਮਾਤਾ ਗੁਜਰ ਕੌਰ ਜੀ ਨੂੰ ਵੀ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਅਤੇ ਮਾਤਾ ਗੁਜਰ ਕੌਰ ਜੀ ਨੂੰ ਬੁਰਜ ਤੋਂ ਹੇਠਾਂ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਘਰ ਦੇ ਸ਼ਰਧਾਲੂ ਦੀਵਾਨ ਟੋਡਰ ਮੱਲ ਨੇ ਮੋਹਰਾਂ ਵਿਛਾ ਕੇ ਸੰਸਕਾਰ ਜਿੰਨੀ ਥਾਂ ਹਾਕਮਾਂ ਤੋਂ ਪ੍ਰਾਪਤ ਕੀਤੀ ਤੇ ਦੋਹਾਂ ਸਾਹਿਬਜ਼ਾਦਿਆਂ ਸਮੇਤ ਮਾਤਾ ਗੁਜਰੀ ਜੀ ਦਾ ਜਿਸ ਥਾਂ ਸੰਸਕਾਰ ਕੀਤਾ ਗਿਆ ਉੱਥੇ ਹੁਣ ਗੁਰਦੁਆਰਾ ਜੋਤੀ ਸਰੂਪ ਸ਼ਹੀਦਾਂ ਦੀ ਯਾਦਗਾਰ ਬਣੀ ਹੋਈ ਹੈ। ਜਿੱਥੇ ਸਾਹਿਬਜ਼ਾਦੇ ਕੰਧਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ਉੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਬਣਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦੇ ਨਾਲ ਉਹ ਠੰਡਾ ਬੁਰਜ ਵੀ ਅੱਜ ਤੱਕ ਕਾਇਮ ਹੈ।
ਜਿੱਥੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਤੋਂ ਪਹਿਲਾਂ ਕੈਦ ਰੱਖਿਆ ਗਿਆ ਸੀ। ਇਸੇ ਬੁਰਜ ਤੋਂ 79 ਸਾਲ ਦੀ ਬਿਰਧ ਮਾਤਾ ਗੁਜਰ ਕੌਰ ਜੀ ਨੂੰ ਨਵਾਬ ਦੇ ਹੁਕਮ ਨਾਲ ਹੇਠਾਂ ਸੁੱਟ ਕੇ ਸ਼ਹੀਦ ਕੀਤਾ ਗਿਆ ਸੀ। ਇਹ ਸ਼ਹੀਦੀ ਸਾਕਾ 27 ਦਸੰਬਰ 1704 ਈਸਵੀ ਨੂੰ ਵਾਪਰਿਆ। ਸ਼ਹੀਦ ਗੁਰਦੇਵ ਪਤੀ ਦੀ ਪਤਨੀ ਤੇ ਸ਼ਹੀਦ ਸਾਹਿਬਜ਼ਾਦਿਆਂ ਦੀ ਦਾਦੀ ਨੇ ਆਪਣੀ ਸਾਰੀ ਉਮਰ ਵਿੱਚ ਅਤ ਦਰਜੇ ਦਾ ਸੁੱਖ ਭਰਿਆ ਤੇ ਆਨੰਦ ਭਰਿਆ ਜੀਵਨ ਵੀ ਬਿਤਾਇਆ ਅਤੇ ਅਤ ਸੰਕਟ ਦੀਆਂ ਘੜੀਆਂ ਵੀ ਵੇਖੀਆਂ। ਆਪਣੇ ਨਾਂ ਅਨੁਸਾਰ ਉਹਨਾਂ ਦੇ ਜੀਵਨ ਵਿੱਚ ਜੋ ਕੁਝ ਗੁਜ਼ਰਿਆ ਉਸ ਨੂੰ ਉਹ ਝੱਲ ਗੁਜ਼ਰੀ। ਭਾਈ ਵੀਰ ਸਿੰਘ ਜੀ ਮਾਤਾ ਗੁਜਰ ਕੌਰ ਜੀ ਬਾਰੇ ਕਲਗੀਧਰ ਚਮਤਕਾਰ ਵਿੱਚ ਲਿਖਦੇ ਹਨ, ਆ ਪਿਆਰੀ ਪਿਆਰੀ ਮਾਤਾ, ਤੂੰ ਕੀ ਨਾ ਸਾਡੇ ਪਾਪੀਆਂ ਲਈ ਸਹਾਰਿਆ। ਤੇਰੀ ਗੋਦ ਵਿੱਚ ਖੇਡਦੇ ਲਾਲ ਵੀ ਪ੍ਰਾਹੁਣੇ ਹਨ ਤੇ ਤੈਂ ਆਪ ਹੀ ਆਪਣੀ ਜਾਨ ਤਲੀਪੁਰ ਧਰੀ ਹੋਈ ਹੈ। ਸਾਰੀਆਂ ਬਲੀਆਂ ਦੇਸ਼ ਦੇ ਛੁਟਕਾਰੇ ਲਈ ਹਨ। ਠਾਕੁਰ ਦੇਸ ਰਾਜ ਲਿਖਦੇ ਹਨ ਕਿ ਮਾਤਾ ਗੁਜਰੀ ਜੀ ਅਤਿਅੰਤ ਬੁੱਧੀਮਾਨ और धीरज वाली सी। गुरु गोबिंद सिंह जी आपकी किसी भी आज्ञा का उल्लंघन नहीं करते थे। आप गुरदेव सुपुत्र गुरु गोबिंद सिंह जी दी हर कार्रवाई विच सहयोग दिंदे सन। सिख संगत दे दुख सुख विच हमदर्दी भरिया वतीरा रखते। माता गुजर कौर जी दा सारा जीवन एक महान सतवंती धार्मिक भरोसे ते ईश्वर भगती दा है। माता गुजर कौर जी पत्नी दे रूप विच सन तद बाबे बकाले विच अपने गुरदेव पति श्री गुरु तेग बहादुर जी दी सेवा करदियां गरीबी विच रह के मेहनत कीती ते तपस्या करदे रहे। जे लंमियां उड़ीकां तो बाद पुत्तर दी दात प्राप्त होई तां जल्दी बाद पति श्री गुरु तेग बहादुर जी दी शहीदी हो गई। इस तो बाद जे कुछ सुख आराम वेख्या ਤਾਂ ਅਜਿਹਾ ਤੂਫਾਨ ਆਇਆ, ਨਾ ਰਾਜ ਰਿਹਾ ਨਾ ਘਰ ਰਿਹਾ, ਸਗੋਂ ਰਾਤ ਦੇ ਹਨੇਰੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਛੱਡਣਾ ਪਿਆ। 2 ਛੋਟੇ ਪੋਤਰਿਆਂ ਨੂੰ ਕੰਧਾਂ ਵਿੱਚ ਚਿਣ ਕੇ ਸ਼ਹੀਦ ਹੁੰਦਾ ਬਰਦਾਸ਼ਤ ਕੀਤਾ ਤੇ ਅਖੀਰ ਆਪ ਵੀ ਸ਼ਹੀਦ ਹੋ ਗਏ। ਮਾਤਾ ਗੁਜਰ ਕੌਰ ਜੀ ਇਹਨਾਂ ਸਭ ਦਰਦਨਾਕ ਸਥਿਤੀਆਂ ਵਿੱਚ ਪੂਰੀ ਸਿਦਕ ਦਿਲੀ ਨਾਲ ਵਿਚਰਦੇ ਰਹੇ। ਇਹ ਮਾਂ ਸੰਸਾਰ ਦੀਆਂ ਅਤ ਦਲੇਰ ਮਾਵਾਂ ਦੀ ਕਤਾਰ ਵਿੱਚ ਖੜੀ ਸਭ ਤੋਂ ਮੂਹਰੇ ਪ੍ਰਤੀਤ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।